खेत जुमांड्यो सूरमा, अब जूजन को दो। चरण शरण गुर एक पैंडा जाए चल, सतगुर कोट पैंडा आगे होए लेत है। परम सन्मान योग सतगुरां दी साजी और निवाजी गुरु प्यारी साध संगत जी, जिस संबंध दे अंदर अज असीं इत्थे इकत्तर होए हाँ, उन्हां शहीदां दी याद नूं समर्पित ਇਹ ਸਮਾਗਮ ਉਲੀਕੇ ਗਏ ਨੇ। ਔਰ ਇਨ੍ਹਾਂ ਸਮਾਗਮਾਂ ਦੇ ਅੰਦਰ ਅੱਜ ਅਸੀਂ ਉਹਨਾਂ ਸ਼ਹੀਦਾਂ ਨੂੰ ਯਾਦ ਕਰਨਾ ਹੈ। ਤੇ ਇੱਕ ਬੇਨਤੀ ਮੈਂ ਹੋਰ ਕਰਾਂ, ਕੱਲ੍ਹ ਨੂੰ ਇਸ ਸਥਾਨ ਦੇ ਉੱਤੇ ਗੁਰਬਾਣੀ ਕੰਠ ਮੁਕਾਬਲੇ ਕਰਵਾਏ ਗਏ ਸਨ। ਅੱਜ ਉਹਨਾਂ ਬੱਚਿਆਂ ਨੂੰ ਵੀ ਸਨਮਾਨਿਤ ਕਰਨਾ ਹੈ। ਆਓ ਜਿੰਨਾ ਕੁ ਸਮਾਂ सतगुरा जी ने बख्शिश किया है, उन्ने के समय के अंदर आप जी दे नाल कुछ विचारां दी सांझ पाउणी है। शब्दी विचार आरंभ करन तो पहला कलगीधर पिता दशमेश पिता साहिब एक कमाल धन धन साहिब श्री गुरु गोबिंद सिंह महाराज जी की बख्शिश की हुई फतेह प्रवान करो। जिन्नी भी संगत गुरु दरबार अंदर सजी बैठी है, बहुत अदब और सत्कार दे नाल सतगुरु श्री गुरु ग्रंथ साहिब महाराज जी नूं अपना सीस झुकाओ ते आखो जी वाहेगुरु जी का खालसा वाहेगुरु जी की फतेह। दास तो पहला एक शब्द पढ़िया सी कि बिन भागा सत संग ना लभै। ਜਦੋਂ ਅਸੀਂ ਇਸ ਸ਼ਬਦ ਨੂੰ ਪੜ੍ਹਿਆ ਤੇ ਮਹਾਰਾਜ ਨੂੰ ਇਹ ਗੱਲ ਪੁੱਛਣਾ ਕੀਤੀ ਕਿ ਮਹਾਰਾਜ ਆਪ ਜੀ ਇਸ ਸੰਗਤ ਦੇ ਬਾਰੇ ਕੀ ਸਮਝਾਉਣਾ ਕਰਦੇ ਹੋ। ਤੇ ਜਦੋਂ ਗੁਰਬਾਣੀ ਨੂੰ ਪੜ੍ਹੀਏ ਤੇ ਕੁਝ ਕੁ ਵਿਦਵਾਨਾਂ ਨੂੰ ਪੜ੍ਹਨ ਤੇ ਇਹ ਗੱਲ ਪਤਾ ਲੱਗੀ ਕਿ ਉਹ ਆਖਦੇ ਨੇ ਸੰਗਤ ਜਿਹੜੀ ਹੁੰਦੀ ਹੈ ਉਹ ਇੱਕ ਤਰ੍ਹਾਂ ਦੀ ਨਹੀਂ ਹੁੰਦੀ। ਤੇ ਗੁਰਬਾਣੀ ਨੇ ਉਸ ਸੰਗਤ ਨੂੰ ਪਹਿਲ ਦਿੱਤੀ ਜਿਸ ਦੇ ਅੰਦਰ ਬਹਿ ਕੇ ਇੱਕ ਅਕਾਲ ਪੁਰਖ ਪਰਮਾਤਮਾ ਨੂੰ ਯਾਦ ਕੀਤਾ ਜਾਵੇ। ਮਹਾਰਾਜ ਕਹਿੰਦੇ ਸੰਗਤ ਉੱਥੇ ਹੋਵੇ ਜਿੱਥੇ ਇੱਕ ਅਕਾਲ ਪੁਰਖ ਪਰਮਾਤਮਾ ਦਾ ਨਾਮ ਹੋਵੇ। ਤੇ ਗੁਰਬਾਣੀ ਨੂੰ ਪੁੱਛਣਾ ਕੀਤਾ ਕਿ ਮਹਾਰਾਜ ਆਪ ਜੀ ਇਸ ਬਾਰੇ ਕੀ ਸਮਝਾਉਣਾ ਕਰਦੇ ਹੋ। ਤੇ ਮਹਾਰਾਜ ਆਖਣ ਲੱਗੇ ਕਿ ਜਿੱਥੇ ਇੱਕ ਕੋਈ ਮਨੁੱਖ ਬੈਠਾ ਹੋਵੇ, पूर्ण गुरसिख होवे, बाणी का अभ्यासी होवे ते बाणी और बाणी च पूरा होवे ते महाराज कहते वो सिख ने ते ओदे कोल बैठण दे नाल संगत होवेगी। दूसरा वो जिथे दो आपस गुरसिख बैठे होण ते उस अकाल पुरख परमात्मा दी विचार, उस अकाल पुरख परमात्मा दीयां गल्लां कीतियां जाण, उत्थे भी संगत हुंदी है। महाराज ने पुछना किया कि महाराज आप जी इस बारे की समझाउणा करदे। ते महाराज आखन लगे एक सिख दो साध संगत पंजी परमेश्वर। भी कहण तो भाव ये कि अज दे समय दे अंदर जिथे असीं बैठांगे उस संगत का असर साडे ते जरूर होवेगा। हुण दूसरी मैं बेनती ये करां, ਜਦੋਂ ਆਪਾਂ ਸੰਗਤ ਵਿੱਚ ਬੈਠਦੇ ਹਾਂ, ਜਿਵੇਂ ਦੀ ਸੰਗਤ ਅੰਦਰ ਬੈਠਾਂਗੇ ਮਨ ਉਹ ਚੀਜ਼ ਨੂੰ ਜ਼ਰੂਰ ਹੀ ਕਬੂਲੇਗਾ। ਜਿਸ ਦੇ ਕੋਲ ਬੈਠਾਂਗੇ, ਜਿਸ ਦੇ ਕੋਲ ਬਹਿ ਕੇ ਅਸੀਂ ਗੱਲਬਾਤ ਕਰਾਂਗੇ, ਉਹ ਗੱਲ ਦਾ ਅਸਰ ਸਾਡੇ ਮਨ ਦੇ ਉੱਤੇ ਜ਼ਰੂਰ ਹੋਵੇਗਾ। ਹੁਣ ਜਦੋਂ ਮਨ ਦੇ ਉੱਤੇ ਉਸ ਗੱਲ ਦਾ ਅਸਰ ਹੋਵੇਗਾ ਤੇ ਸਾਡਾ ਦਿਮਾਗ ਉਸ ਕੰਮ ਨੂੰ ਕਰਨ ਦੀ ਆਗਿਆ ਵੀ ਦੇਵੇਗਾ। ਹੁਣ ਜਦੋਂ ਸਾਡੇ ਮਨ ਨੂੰ ਗੱਲ ਨੇ ਕਬੂਲਣਾ ਕੀਤਾ ਤੇ ਮਹਾਰਾਜ ਕਹਿੰਦੇ ਜਿਹੜੀ ਗੱਲ ਨੂੰ ਅਸੀਂ ਸੁਣਦੇ ਹਾਂ ਮਨ ਉਸ ਗੱਲ ਨੂੰ ਕਬੂਲਦਾ ਵੀ ਹੈ। ਤੇ ਜਦੋਂ ਮਨ ਉਸ ਗੱਲ ਨੂੰ ਕਬੂਲਦਾ ਹੈ ਤੇ ਇਨਸਾਨ ਉਹ ਕੰਮ ਕਰਦਾ ਵੀ ਹੈ।
क्योंकि साडे अंदर वो फुरने पैदा होंदे ने, ਜਿਹੜੀਆਂ ਗੱਲਾਂ ਨੂੰ ਅਸੀਂ ਦੇਖਦੇ ਹਾਂ, ਸੁਣਦੇ ਹਾਂ, ਬੋਲਦੇ ਹਾਂ, ਉਹਨਾਂ ਗੱਲਾਂ ਦਾ ਅਸਰ ਮਨ ਦੇ ਉੱਤੇ ਜ਼ਰੂਰ ਹੀ ਹੁੰਦਾ ਹੈ। ਹੁਣ ਜੇ ਅਸੀਂ ਚੰਗੀਆਂ ਗੱਲਾਂ ਨੂੰ ਸੁਣਾਂਗੇ ਤਾਂ ਉਸ ਦਾ ਅਸਰ ਵੀ ਮਨ ਦੇ ਉੱਤੇ ਜ਼ਰੂਰ ਹੋਵੇਗਾ। ਤੇ ਇੱਥੇ ਮੈਂ ਬੇਨਤੀ ਕਰਾਂ, ਕਲਗੀਧਰ ਮਹਾਰਾਜ ਨੇ ਇਸ ਗੱਲ ਨੂੰ ਇਸ ਤਰੀਕੇ ਦੇ ਨਾਲ ਸਮਝਾਉਣਾ ਕੀਤਾ। ਆਨੰਦਪੁਰ ਦੀ ਧਰਤੀ ਦੇ ਉੱਤੇ ਦੀਵਾਨ ਸਜਾ ਹੈ ਤੇ ਸਜੇ ਹੋਏ ਦੀਵਾਨਾਂ ਦੇ ਅੰਦਰ ਆਸਾ ਜੀ ਦੀ ਵਾਰ ਦਾ ਕੀਰਤਨ ਹੋ ਰਿਹਾ ਹੈ। ਮਹਾਰਾਜ ਨੂੰ ਇਹ ਗੱਲ ਪੁੱਛਣਾ ਕੀਤੀ ਕਿ ਮਹਾਰਾਜ, ਕੁਝ ਕੁ ਸਿੱਖ ਗੁਰੂ ਦੇ ਦਰਬਾਰ ਅੰਦਰ ਆਏ ਤੇ ਮਹਾਰਾਜ ਨੂੰ ਸਵਾਲ ਕੀਤਾ ਕਿ ਮਹਾਰਾਜ, ਜੇ ਕਿਤੇ ਅਸੀਂ ਤੁਹਾਡੇ ਤੋਂ ਦੂਰ ਹੋਈਏ, ਜੇ ਕਿਤੇ ਤੁਹਾਡੇ ਤੋਂ ਦੂਰ ਹੋਈਏ, ਤੁਸੀਂ ਸਾਡੇ ਕੋਲ ਨਾ ਹੋਵੋ, ਜੇ ਤੁਹਾਡੇ ਦਰਸ਼ਨ ਕਰਨੇ ਹੋਣ ਤੇ ਕੀ ਤਰੀਕਾ ਵਰਤੀਏ। ਹੁਣ ਧਿਆਨ ਦਿਆ ਜੀ, ਬਾਣੀ ਅਸੀਂ ਵੀ ਪੜ੍ਹਦੇ ਹਾਂ, ਸੰਗਤ ਅਸੀਂ ਵੀ ਕਰਦੇ ਹਾਂ ਤੇ ਧਾਰਮਿਕ ਯਾਤਰਾ ਅਸੀਂ ਵੀ ਕਰਦੇ ਹਾਂ। ਤੇ ਮਹਾਰਾਜ ਨੇ ਗੱਲ ਇਹ ਸਮਝਾਈ ਕਿ ਇਕੱਲੀਆਂ ਧਾਰਮਿਕ ਯਾਤਰਾ ਤੇ ਨਹੀਂ, ਜੇ ਹਿਰਦੇ ਦੇ ਅੰਦਰ ਉਸ ਪਰਮਾਤਮਾ ਦਾ ਨਾਮ ਟਿਕੇਗਾ, ਜਿੱਥੇ ਦਸਤਾਰ ਹੋਵੇਗੀ ਉੱਥੇ ਕਿਰਦਾਰ ਵੀ ਜ਼ਰੂਰੀ ਹੈ। ਜੇ ਸਿਰ ਦੇ ਉੱਤੇ ਦਸਤਾਰ ਹੈ ਤੇ ਗੁਰੂ ਸਾਹਿਬ ਕਹਿੰਦੇ ਉੱਥੇ ਕਿਰਦਾਰ ਵੀ ਜ਼ਰੂਰੀ ਹੈ। ਤੇ ਵਿਦਵਾਨਾਂ ਨੇ ਤਾਂ ਇੱਥੋਂ ਤੱਕ ਵੀ ਲਿਖ ਦਿੱਤਾ, ਦਸਤਾਰ, ਕਿਰਦਾਰ ਤੇ ਗੁਫਤਾਰ। ਸੋ ਰਹੋ ਵਿਚਾਰ। ਕੁਝ ਕੁ ਸਿੱਖਾਂ ਨੇ ਮਹਾਰਾਜ ਨੂੰ ਸਵਾਲ ਕੀਤਾ, ਪੁੱਛਣਾ ਕੀਤਾ ਕਿ ਮਹਾਰਾਜ, ਜੇ ਤੁਸੀਂ ਸਾਡੇ ਕੋਲ ਨਾ ਹੋਵੋ ਤੇ ਤੁਹਾਨੂੰ ਮਿਲਣਾ ਹੋਵੇ ਤੇ ਕੀ ਤਰੀਕਾ ਵਰਤੀਏ। ਜਿੱਦਾਂ ਅੱਜ ਅਸੀਂ ਕਹਿੰਦੇ ਹਾਂ ਨਾ ਕਿ ਅਸੀਂ ਪਰਮਾਤਮਾ ਨੂੰ ਮਿਲਣਾ ਹੈ, ਦਰਸ਼ਨ ਕਰਨੇ ਨੇ, ਤੇ ਬੇਨਤੀ ਕਰਦਾ ਵਾਂ, ਜੇ ਰੱਬ ਦੇ ਦਰਸ਼ਨ ਕਰਨੇ ਹੋਣ ਸ਼ਰਧਾ ਦੇ ਨਾਲ, ਪ੍ਰੇਮ ਦੇ ਨਾਲ, ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਾਹਮਣੇ ਅਰਦਾਸ ਕਰਿਆ ਜੀ, ਤੁਹਾਨੂੰ ਸ਼ਹੀਦਾਂ ਸਿੰਘਾਂ ਦੇ ਦਰਸ਼ਨ ਹੋਣਗੇ, ਸਾਨੂੰ ਗੁਰੂ ਸਾਹਿਬਾਨਾਂ ਦੇ ਪ੍ਰਤੱਖ ਦਰਸ਼ਨ ਹੋਣਗੇ। ਤੇ ਮਹਾਰਾਜ ਨੇ ਉਹਨਾਂ ਸਿੱਖਾਂ ਨੂੰ ਇਹ ਗੱਲ ਸਮਝਾਈ ਕਿ ਤੁਹਾਡਾ ਸਵਾਲ ਜਾਇਜ਼ ਹੈ। ਮਹਾਰਾਜ ਨੇ ਗੱਲ ਇਹ ਸਮਝਾਈ, ਜੇ ਪਰਮਾਤਮਾ ਦੇ ਦਰਸ਼ਨ ਕਰਨੇ ਹੋਣ, ਜੇ ਅਕਾਲ ਪੁਰਖ ਪਰਮਾਤਮਾ ਦੇ ਦਰਸ਼ਨ ਕਰਨੇ ਹੋਣ ਤੇ ਤਰੀਕਾ ਪਤਾ ਕੀ ਵਰਤਿਆ ਜੀ। ਇਸ ਤਰੀਕੇ ਨੂੰ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਦੇ ਅੰਦਰ ਅੰਕਿਤ ਕੀਤਾ ਹੈ। ਤੇ ਭਾਈ ਗੁਰਦਾਸ ਜੀ ਨੂੰ ਇਹ ਗੱਲ ਪੁੱਛੀ ਕਿ ਆਪ ਜੀ ਇਸ ਬਾਰੇ ਕੀ ਵਿਚਾਰ ਦਿੰਦੇ ਹੋ। ਤੇ ਭਾਈ ਗੁਰਦਾਸ ਜੀ ਆਖਣ ਲੱਗੇ, ਇੱਕ ਸਿੱਖ ਦੀ ਜ਼ਿੰਦਗੀ ਦੇ ਅੰਦਰ ਦੋ ਗੱਲਾਂ ਜ਼ਰੂਰੀ ਨੇ। ਉਹ ਸਭ ਤੋਂ ਪਹਿਲੀ ਗੱਲ ਕਿਹੜੀ, ਮੈਂ ਇਹ ਦੋਨੇ ਗੱਲਾਂ ਕਰਕੇ ਸਮਾਪਤੀ ਕਰਨੀ ਹੈ। ਭਾਈ ਗੁਰਦਾਸ ਜੀ ਆਖਣ ਲੱਗੇ, ਇੱਕ ਸਿੱਖ ਦੀ ਜ਼ਿੰਦਗੀ ਦੇ ਅੰਦਰ ਸਭ ਤੋਂ ਪਹਿਲੀ ਗੱਲ ਇਹ ਹੋਵੇ, ਉਹਦੀ ਜ਼ਿੰਦਗੀ ਦੇ ਅੰਦਰ ਨਿਤਨੇਮ ਹੋਵੇ ਕਿ ਅੰਮ੍ਰਿਤ ਵੇਲੇ ਉੱਠਦਾ ਕਿੰਨੇ ਵਜੇ ਹੈ, ਨਿਤਨੇਮ ਕਿੰਨਾ ਕੁ ਹੈ, ਕਿ ਉਸ ਦਾ ਨਿਤਨੇਮ ਹੈ। ਤੇ ਭਾਈ ਗੁਰਦਾਸ ਜੀ ਆਖਣ ਲੱਗੇ ਵੀ ਇੱਕ ਸਿੱਖ ਦੀ ਜ਼ਿੰਦਗੀ ਦੇ ਅੰਦਰ ਜਦੋਂ ਇਹ ਦੋ ਗੱਲਾਂ ਆ ਜਾਣਗੀਆਂ, ਤੇ ਜੇ ਇਹ ਦੋ ਗੱਲਾਂ ਉਸ ਦੀ ਜ਼ਿੰਦਗੀ ਦੇ ਅੰਦਰ ਆ ਜਾਣਗੀਆਂ ਤੇ ਉਹ ਪਰਮਾਤਮਾ ਦੀ ਦਰਗਾਹ ਦੇ ਅੰਦਰ ਪ੍ਰਵਾਨ ਹੋਵੇਗਾ। ਸਭ ਤੋਂ ਪਹਿਲੀ ਗੱਲ, ਬਾਬਾ ਗੁਰਦਾਸ ਆਖਣ ਲੱਗਾ, 100 ਦਰ ਆਰਤੀ ਗਾਵੀਏ। ਕਹਿੰਦੇ ਉਸ ਸਿੱਖ ਦੀ ਜ਼ਿੰਦਗੀ ਦੇ ਅੰਦਰ ਸ਼ਾਮ ਨੂੰ 100 ਦਰ ਦਾ ਸਮਾਂ ਹੋਵੇ ਤੇ ਸਾਰੇ ਨਿੱਜੀ ਕੰਮਾਂ ਨੂੰ ਤਿਆਗ ਕੇ ਸ਼ਾਮ ਨੂੰ 100 ਦਰ ਦੀ ਬਾਣੀ ਪੜ੍ਹੇ। ਤੇ ਬਾਬਾ ਗੁਰਦਾਸ ਦੂਸਰੀ ਗੱਲ ਇਹ ਸਮਝਾਉਣ ਲੱਗੇ ਵੀ ਪਹਿਲੀ ਗੱਲ ਤੇ ਇਹ ਇੱਕ ਸਿੱਖ ਦੀ ਜ਼ਿੰਦਗੀ ਦੇ ਅੰਦਰ 100 ਦਰ ਦਾ ਸਮਾਂ, ਜਦੋਂ 100 ਦਰ ਦਾ ਟਾਈਮ ਹੋਵੇ ਤੇ ਉਸ ਦੀ ਜ਼ਿੰਦਗੀ ਦੇ ਅੰਦਰ 100 ਦਰ ਦਾ ਕੀਰਤਨ ਜ਼ਰੂਰ ਕੀਤਾ ਜਾਵੇ। ਤੇ ਦੂਸਰੀ ਗੱਲ ਇਹ ਸਮਝਾਉਣ ਲੱਗੇ ਵੀ 100 ਦਰ ਆਰਤੀ ਗਾਵੀ ਹੈ, ਅੰਮ੍ਰਿਤ ਵੇਲੇ ਜਾਪ ਉਚਾਰ। ਵੀ ਜਦੋਂ ਅੰਮ੍ਰਿਤ ਵੇਲਾ ਹੋਵੇ ਤੇ ਅੰਮ੍ਰਿਤ ਵੇਲੇ ਉੱਠੇ, ਇਸ਼ਨਾਨ ਕਰੇ ਤੇ ਉਸ ਅਕਾਲ ਪੁਰਖ ਪਰਮਾਤਮਾ ਦੇ ਨਾਲ ਜੁੜਨਾ ਕਰੇ। ਜਦੋਂ ਉਸ ਅਕਾਲ ਪੁਰਖ ਪਰਮਾਤਮਾ ਦੇ ਨਾਲ ਜੁੜੇਗਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਣਾ ਕੀਤਾ ਕਿ ਉਸ ਨੂੰ ਪ੍ਰਤੱਖ ਪਰਮਾਤਮਾ ਦੇ ਦਰਸ਼ਨ ਹੋਣਗੇ। ਮਹਾਰਾਜ ਆਖਣ ਲੱਗੇ
कि जदों परमात्मा के दर्शन करने होण ते जिन्हां दी जिंदगी दे अंदर नितनेम होवेगा, जिन्हां दे जिंदगी दे अंदर बाणी और बाणा दोनों होणगे, वो परमात्मा की दरगाह के अंदर प्रवान भी होणगे। ते मैं एक बेनती करके समाप्ति करनी चाहता हाँ। ये जो दीवान सजाए गए ने साडे समूह प्रबंधक कमेटी कॉलेज, साडे टीचर साहबान, प्रिंसीपल साहबान, समूह विद्यार्थियों के सहयोग के नाल दीवान सजाए गए हैं। ते अज दे दिन साका ननकाना साहब भी वरतिया सी। ते मैं ये भी बेनती करदा वां, इस साके ननकाने दे अंदर अनेकां सिंघां ने अपने आप नूं कुर्बान किया। उसका कारण की सी? गुरु दे नाल प्रेम। ते महाराज गुरबाणी दे अंदर ये भी गल समझाउंदे ने कि जे इकल्ला बाणी पढ़ी, कल्ला बाणा पाया नहीं, जे परमात्मा दे नाल प्रेम नहीं, बाणी दे नाल प्रेम नहीं, वो लोग कदी परवान नहीं होणगे। सो सतगुरु जी किरपा करन कि जे अज असीं इत्थे इकत्तर होए हाँ ते परमात्मा की दरगाह के अंदर परवान हो जाइए। क्यों? रोजाना असीं अरदास की समाप्ति के बाद एक बचन पढ़ते हाँ कि खुवार हुए सब मिलेंगे, बचे शरण जो होए। ये महाराज ने हजूर साहब की धरती के अंदर बचन किए सन कि जदों मेरे खालसे का राज आवेगा, इत्थे वो लोग परवान होणगे जेरे बाणी और बाणे जे पूरे होणगे। ते जिन्हां ने सारी जिंदगी भेख बना दिता। ते कलगीधर महाराज ने यह भी गल समझा दी कि भेख दिखाए जगत को, लोगन को बस कि लोगों के सामने अपने आप को सुंदर बनाने दे लई असीं तरह तरह के भेख धारे। पर कलगीधर कहते हैं इत्थे वो लोग परवान होंदे ने जेरे परमात्मा के हुक्म के अनुसार अपनी जिंदगी परवान करते हैं। इन्नियां को बेनतियां परवान करनियां, शब्द ही विचार करते अनेकों प्रकार की भुल्लां चुका होईयां ने, हो गईयां होणगियां। सारी संगत का धन्नवाद। सारी संगत आखो जी वाहिगुरू जी का खालसा, वाहिगुरू जी की फतेह। वाहिगुरू।